ਵੀ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਜੋ ਆਸਮਾਨ ਨੂੰ ਛੂਹ ਚੁੱਕੀਆਂ ਨੇ ਤੇ ਉੱਥੇ ਜਿਹੜਾ CNG ਫਿਊਲ ਹੈ ਇਹ ਇਕਨੋਮੀਕਲ ਹੈ। ਲੋਕਾਂ ਨੂੰ ਮਤਲਬ ਇਸ ਤੋਂ ਰਾਹਤ ਮਿਲੀ ਹੈ ਵੀ ਬਹੁਤ ਸਸਤਾ ਫਿਊਲ ਪੈਂਦਾ, ਲਗਭਗ ਪੌਣੇ ਕੁ 2 ਰੁਪਏ ਕਿਲੋਮੀਟਰ ਕੋਈ ਵੀ ਵਾਹਨ ਚੱਲਦਾ ਇਸ। ਜਿਸ ਤਰ੍ਹਾਂ ਅੱਗੇ LPG ਮਤਲਬ ਫਿਊਲ ਆਇਆ ਸੀਗਾ, ਉਹਦੇ ਤੋਂ ਲੋਕ ਡਰਦੇ ਸੀ ਕਿ ਇਹ ਫਟ ਜਾਂਦਾ ਹੈ ਸਿਲੰਡਰ, ਉਸ ਤਰ੍ਹਾਂ ਦੀ ਇਹਦੇ ਵਿੱਚ ਕੋਈ ਸਮੱਸਿਆ ਨਹੀਂ ਹੈਗੀ ਤੇ ਇਹਦੇ ਫਟਣ ਦੇ ਕੋਈ ਚਾਂਸ ਨਹੀਂ। ਇਹਦੇ ਅੰਦਰ ਕੋਈ ਇਹੋ ਜਿਹਾ ਪ੍ਰੈਸ਼ਰ ਨਹੀਂ ਬਣਦਾ ਵੀ ਜਿਹਦੇ ਕਰਕੇ ਸਿਲੰਡਰ ਫਟ ਜੇ। ਸੋ ਸੇਫਟੀ ਪੱਖੋਂ ਮਤਲਬ ਆਪਾਂ ਕਹਿ ਸਕਦੇ ਬਹੁਤ ਸੇਫ ਹੈ। ਇਹ ਜਿਹੜੀ ਕਿੱਟ ਲਗਵਾਉਣੀ ਹੈ ਇਹ 'ਚ ਵੀ ਕੋਈ ਕਿਸਮ ਆਉਂਦੀ ਹੈ ਵੀ ਆਹ ਕਿਸਮ ਦੀ ਕਿੱਟ ਵਧੀਆ, ਇਸ ਤਰੀਕੇ ਦੀ ਕਿੱਟ ਆਹ ਗੱਡੀ 'ਚ ਲੱਗਦੀ ਆ? ਵੱਖ-ਵੱਖ ਗੱਡੀਆਂ ਦੀ ਕਿਸਮ ਜਿਹੜੀ ਕਿੱਟਾਂ ਦੀ ਕਿਸਮਾਂ ਵੱਖਰੀ ਹੈ ਕਿ ਇੱਕੋ ਹੀ ਲੱਗ ਜਾਂਦੀ? ਸੋ ਇਹਦਾ ਜਿਹੜਾ ਕੰਬਸਸ਼ਨ ਪੁਆਇੰਟ ਆ ਬਹੁਤ ਹਾਈ ਹੈ, ਇਹਨੂੰ ਜਲਦੀ ਅੱਗ ਨਹੀਂ ਲੱਗਦੀ, ਤਾਂ ਕਰਕੇ ਇਹ ਸੇਫ ਫਿਊਲ ਹੈ। ਇਹ ਇੱਕ ਬਿਲਕੁਲ ਨੈਚੁਰਲ ਗੈਸ ਹੈ ਜਿਹਨੇ ਪਿਸਟਨ ਦੇ ਉੱਤੇ ਪ੍ਰੈਸ਼ਰ ਪਾ ਕੇ ਤੇ ਬਰਨਿੰਗ ਕਰਾਣੀ ਹੈ ਤੇ ਪਿਸਟਨ ਦੇ ਉੱਤੇ ਪ੍ਰੈਸ਼ਰ ਪਾਉਣਾ ਹੈ। ਸੋ ਕਿਸੇ ਤਰ੍ਹਾਂ ਇੰਜਣ ਦੇ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ, ਨਾ ਹੀ ਇੰਜਣ ਇਹਦਾ ਡਾਊਨ ਹੁੰਦਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕਵਾਈ TV ਤੇ ਮੈਂ ਮਨਿੰਦਰਜੀਤ ਸਿੱਧੂ। ਜਿਵੇਂ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨਾਂ ਨੂੰ ਛੂਹ ਰਹੀਆਂ, ਜਿਸ ਦੇ ਚੱਲਦਿਆਂ ਆਮ ਲੋਕਾਂ ਦਾ, ਜੇਕਰ ਅਸੀਂ ਕਹੀਏ ਮਿਡਲ ਕਲਾਸ ਫੈਮਿਲੀ ਦਾ, ਕੋਈ ਵੀ ਵਹੀਕਲ ਚਲਾਉਣ ਦਾ ਹੱਜ ਨਹੀਂ ਰਿਹਾ। ਕੋਈ ਵੀ ਵਹੀਕਲ ਚਲਾਉਣ ਲੱਗਿਆ ਉਹਨਾਂ ਨੂੰ ਸੋਚਣਾ ਪੈਂਦਾ ਹੈ ਕਿ ਜੇਕਰ ਮੈਂ ਇੰਨੀ ਵਾਰ ਜਾਵਾਂਗਾ ਤਾਂ ਹੁਣ ਮੈਨੂੰ ਇੰਨਾ ਖਰਚਾ ਪੈ ਜਾਵੇਗਾ। ਜਿਸ ਹਿਸਾਬ ਦੇ ਨਾਲ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵੱਧ ਰਹੀਆਂ ਤਾਂ ਲੋਕ ਇਸ ਦਾ ਬਦਲ ਦੇਖ ਰਹੇ ਆ, ਲੋਕ ਬਦਲ ਲੱਭ ਰਹੇ ਆ। ਜਿਸ ਦੇ ਬਦਲਦੇ ਚੱਲਦਿਆਂ ਜਿਵੇਂ ਪਹਿਲਾਂ ਵੱਡੇ ਸ਼ਹਿਰ ਜਿਵੇਂ ਦਿੱਲੀ, ਹੋਰ ਸੂਬਿਆਂ ਦੇ ਵੱਡੇ ਸ਼ਹਿਰਾਂ ਦੇ ਵਿੱਚ CNG ਗੈਸ ਆਈ ਤਾਂ ਉਸਨੇ ਕਾਫੀ ਹੱਦ ਤੱਕ ਜਿਹੜੀ ਉਹ ਗੈਸ ਸਸਤੀ ਸੀ, ਜਿਸ ਦੇ ਕਰਕੇ ਉੱਥੋਂ ਦੇ ਲੋਕਾਂ ਨੂੰ ਫਾਇਦਾ ਹੋਇਆ। ਤਾਂ ਅੱਜ ਪੰਜਾਬ ਦੇ ਲੋਕ ਵੀ ਸੋਚ ਰਹੇ ਆ ਕਿ ਵੱਧ ਤੋਂ ਵੱਧ CNG ਗੈਸ 'ਤੇ ਗੱਡੀਆਂ ਕਰਵਾਈਆਂ ਜਾਣ। ਤਾਂ CNG ਗੈਸ 'ਤੇ ਗੱਡੀ ਕਰਵਾਉਣ ਦੇ ਕੀ ਫਾਇਦੇ ਆ, ਨੁਕਸਾਨ ਹੈ, ਇਸ ਸੰਬੰਧੀ ਚਰਚਾ ਕਰਨ ਲਈ ਸਾਡੇ ਨਾਲ ਵੀਰ ਨੇ ਜੋ ਇਹ ਕੰਮ ਕਰਦੇ ਨੇ, CNG ਜਿਹੜੀਆਂ ਕਿੱਟ ਲਗਾਉਣ ਦਾ ਕੰਮ ਕਰਦੇ ਨੇ, ਉਹਨਾਂ ਤੋਂ ਜਾਣਕਾਰੀ ਲੈਂਦੇ ਆ ਕਿ CNG ਗੈਸ ਦੇ ਕੀ ਫਾਇਦੇ ਨੇ। ਕਿ ਵਾਕਈ ਮਨੁੱਖ ਦੀ ਜਿਹੜੀ ਜੇਬ ਕੱਟ ਰਹੀ ਹੈ ਸਰਕਾਰ ਅੱਜ, ਉਸ 'ਤੇ ਥੋੜ੍ਹੀ ਬਹੁਤੀ ਲਗਾਮ ਲੱਗਦੀ ਹੈ ਜਾਂ ਇਸੇ ਤਰੀਕੇ ਨਾਲ ਚੱਲਦੀ ਰਹਿੰਦੀ ਹੈ, ਇਹ 'ਤੇ ਜਾਣਕਾਰੀ ਲਵਾਂਗੇ। ਹਾਂਜੀ ਬਾਈ, ਸਵਾਗਤ ਹੈ ਤੁਹਾਡਾ ਲੋਕਵਾਈ TV। ਧੰਨਵਾਦ ਜੀ, ਲੋਕਵਾਜ TV ਤੋਂ ਮਨਿੰਦਰ ਸਿੰਘ ਜੀ, ਤੁਸੀਂ ਉਚੇਚੇ ਤੌਰ 'ਤੇ ਇੱਥੇ ਆਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਜੀ CNG ਕਿੱਟ ਲਗਵਾਉਣ ਦੇ ਕੀ ਫਾਇਦੇ ਆ। CNG ਅਸੀਂ ਗੱਡੀ 'ਤੇ ਜਿਹੜੀ ਗੱਡੀ ਆ ਉਹ CNG 'ਤੇ ਕਰਵਾ ਲੈਂਦੇ ਹਾਂ ਤਾਂ ਉਸ ਤੋਂ ਬਾਅਦ ਸਾਨੂੰ ਫਾਇਦਾ ਕੀ ਹੁੰਦਾ ਉਹਦਾ? ਦੇਖੋ ਜੀ, ਕੁਝ ਚੀਜ਼ਾਂ ਤੁਸੀਂ ਦੱਸ ਹੀ ਚੁੱਕੇ ਹੋ ਵੀ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਜੋ ਆਸਮਾਨ ਨੂੰ ਛੂਹ ਚੁੱਕੀਆਂ ਨੇ ਤੇ ਉੱਥੇ ਜਿਹੜਾ CNG ਫਿਊਲ ਹੈ ਇਹ ਇਕਨੋਮੀਕਲ ਹੈ। ਲੋਕਾਂ ਨੂੰ ਮਤਲਬ ਇਸ ਤੋਂ ਰਾਹਤ ਮਿਲੀ ਹੈ ਵੀ ਬਹੁਤ ਸਸਤਾ ਫਿਊਲ ਪੈਂਦਾ, ਲਗਭਗ ਪੌਣੇ ਕੁ 2 ਰੁਪਏ ਕਿਲੋਮੀਟਰ ਕੋਈ ਵੀ ਵਾਹਨ ਚੱਲਦਾ ਇਸ 'ਤੇ। ਠੀਕ ਹੈ ਜੀ। ਦੂਸਰਾ ਇਹਦਾ ਫਾਇਦਾ ਹੈ ਕਿ ਇਹ ਸੇਫ ਹੈ। ਜਿਸ ਤਰ੍ਹਾਂ ਅੱਗੇ LPG ਮਤਲਬ ਫਿਊਲ ਆਇਆ ਸੀਗਾ, ਉਹਦੇ ਤੋਂ ਲੋਕ ਡਰਦੇ ਸੀ ਕਿ ਇਹ ਫਟ ਜਾਂਦਾ ਹੈ ਸਿਲੰਡਰ, ਉਸ ਤਰ੍ਹਾਂ ਦੀ ਇਹਦੇ ਵਿੱਚ ਕੋਈ ਸਮੱਸਿਆ ਨਹੀਂ ਹੈਗੀ ਤੇ ਇਹ ਸੇਫ ਫਿਊਲ ਹੈ। ਸੋ ਨਿਸ਼ਚਿਤ ਹੋ ਕੇ ਮਤਲਬ ਕੋਈ ਵੀ ਬੰਦਾ ਆਪਦਾ ਵਹੀਕਲ ਚਲਾਉਂਦਾ ਹੈ ਤੇ ਗੌਰਮੈਂਟ ਨੂੰ ਵੀ ਚਾਹੀਦਾ ਹੈ ਕਿ ਵੱਡੇ ਪੱਧਰ 'ਤੇ ਇਹਨੂੰ ਅਪਰੂਵਲ ਦਿੱਤਾ ਜਾਵੇ, ਥਾਂ ਇਹਦੇ ਪੈਟਰੋਲ ਪੰਪ ਲੱਗਣ, CNG ਪੰਪ ਲੱਗਣ ਤੇ ਲੋਕਾਂ ਨੂੰ ਹੋਰ ਵੀ ਆਸਾਨੀ ਹੋਵੇ। ਅਸੀਂ ਦੇਖਦੇ ਹਾਂ, ਤੁਸੀਂ ਇਹਦੇ ਫਾਇਦੇ ਦੱਸੇ, ਇੱਕ ਇਹਦੀਆਂ ਹਾਨੀਆਂ ਵੀ, ਨੁਕਸਾਨ ਕੀ ਹੈ ਜੇਕਰ ਇਸ ਨੂੰ ਲਗਵਾਉਣੇ ਆ ਤਾਂ ਉਹਦੇ ਕੋਈ ਨੁਕਸਾਨ ਬੈਡ ਇਫੈਕਟ ਵੀ ਹੈ, ਕੋਈ ਮਾੜੇ ਪ੍ਰਭਾਵ ਵੀ ਹੈ ਇਹਦੇ? ਦੇਖੋ ਜੀ, ਕਿਸੇ ਤਰ੍ਹਾਂ ਦੇ ਕੋਈ ਨੁਕਸਾਨ ਨਹੀਂ ਹਨ। ਸਭ ਤੋਂ ਪਹਿਲਾਂ ਜੇ ਸੇਫਟੀ ਦੀ ਗੱਲ ਕਰੀਏ ਵੀ ਅੱਗੇ ਕੀ ਹੁੰਦਾ ਸੀਗਾ ਵੀ LPG ਦੇ ਜਿਹੜੇ ਟੈਂਕ ਸੀ ਉਹ ਫਟ ਜਾਂਦੇ ਸੀਗੇ ਕਿਉਂਕਿ ਉਹਨਾਂ ਦੀ ਉਹ ਸਿੰਪਲ ਇੱਕ ਟੈਂਕ ਹੁੰਦੇ ਸੀ, ਬੜੀ ਪਤਲੀ ਜੀ ਚਾਦਰ ਹੁੰਦੀ ਸੀ। ਇਹ ਹੁਣ ਟੈਂਕ ਪਿਆ ਜੀ ਸਾਡੇ ਕੋਲ 60 ਤੋਂ 70 ਕਿਲੋ ਇਹਦਾ ਵਜ਼ਨ ਹੈ ਤੇ ਇਹਦੀ ਜਿਹੜੀ ਚਾਦਰ ਦੀ ਮੋਟਾਈ ਹੈ ਉਹ 1 mm ਤੋਂ ਵੀ ਜ਼ਿਆਦਾ ਹੈਗੀ ਆ। ਮਤਲਬ ਬਹੁਤ ਹੀ ਜ਼ਿਆਦਾ ਮੋਟੀ ਚਾਦਰ ਦਾ ਇਹ ਟੈਂਕ ਬਣਿਆ ਹੋਇਆ। ਇਹਦੇ ਫਟਣ ਦੇ ਕੋਈ ਵੀ ਚਾਂਸ ਨਹੀਂ ਹੈਗੇ। ਇਹਦੀ ਜਿਹੜੀ ਨੋਜ਼ਲ ਹੈ, ਇਹਦਾ ਜਿਹੜਾ ਮੂੰਹ ਹੈ ਬਿਲਕੁਲ ਅੱਗੇ, ਉਹਦਾ ਸੁਰਾਖ ਬਹੁਤ ਜ਼ਿਆਦਾ ਛੋਟਾ mm ਦਾ ਸੁਰਾਖ ਹੈ ਉਹਦਾ ਤੇ ਇਹਦੇ ਫਟਣ ਦੇ ਕੋਈ ਚਾਂਸ ਨਹੀਂ। ਇਹਦੇ ਅੰਦਰ ਕੋਈ ਇਹੋ ਜਿਹਾ ਪ੍ਰੈਸ਼ਰ ਨਹੀਂ ਬਣਦਾ ਵੀ ਜਿਹਦੇ ਕਰਕੇ ਸਿਲੰਡਰ ਫਟ ਜੇ। ਸੋ ਸੇਫਟੀ ਪੱਖੋਂ ਮਤਲਬ ਆਪਾਂ ਕਹਿ ਸਕਦੇ ਬਹੁਤ ਸੇਫ ਹੈ, ਕੋਈ ਫਟਣ ਦਾ ਡਰ ਨਹੀਂ। ਦੂਸਰੇ ਨੰਬਰ ਤੇ ਕੋਈ ਇਹਦੀ ਸਮੈਲ ਨਹੀਂ ਆਉਂਦੀ। ਤੀਜੇ ਨੰਬਰ ਤੇ ਜਿਹੜੀ CNG ਗੈਸ ਆ, ਇਹ ਇੱਕ ਕੁਦਰਤੀ ਗੈਸ ਹੈ, ਕੰਪਰੈਸਡ ਨੈਚੁਰਲ ਗੈਸ, ਜਿਹੜੀ ਕਿ ਰਹਿੰਦ ਖੂਨ ਤੋਂ, ਗੋਬਰ ਤੋਂ ਬਣਦੀ ਹੈ। ਤੁਹਾਨੂੰ ਮੈਂ ਦੱਸਦਾ ਕਿ ਅੱਜ ਤੋਂ ਕਈ ਸਾਲ ਪਹਿਲਾਂ ਗੋਬਰ ਪਲਾਂਟ ਲਗਾਏ ਜਾਂਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਤੇ ਉਹਦੀ ਜਿਹੜੀ ਗੈਸ ਨਾਲ ਮਤਲਬ ਚੁੱਲ੍ਹਾ ਜਲਦਾ ਸੀਗਾ। ਸਰਕਾਰ ਨੇ ਬਹੁਤ ਉਤਸ਼ਾਹਿਤ ਕੀਤਾ ਲੋਕਾਂ ਨੂੰ, ਉਹਦੇ 'ਤੇ ਸਬਸਿਡੀ ਆਈ, ਲੋਕਾਂ ਨੇ ਬੜੇ ਗੋਬਰ ਮਤਲਬ ਪਲਾਂਟ ਲਗਾਏ
ਪਤਾ ਨਹੀਂ ਕਿਉਂ ਉਹ ਬੰਦ ਕਰ ਦਿੱਤੇ ਗਏ ਜਾਂ ਸਰਕਾਰ ਨੇ ਮਤਲਬ ਉਹਦੀ ਸਬਸਿਡੀ ਕਿਉਂ ਬੰਦ ਕਰ ਦਿੱਤੀ, ਜਾਂ ਕਹਿ ਲਓ ਕਿ ਉਹਨਾਂ ਸਮੇਂ 'ਚ ਮੈਨੂੰ ਯਾਦ ਹੈ ਵੀ LPG ਸਿਲੰਡਰ ਸਿਰਫ 150 ਰੁਪਏ ਦਾ ਆਇਆ ਸੀ ਤੇ ਲੋਕਾਂ ਨੂੰ ਸਸਤਾ ਲੱਗਦਾ ਸੀ, ਜਿਹੜਾ ਕਿ ਅੱਜ ਇੱਕ ਵਾਰੀ ਲੋਕਾਂ ਦੀ ਜ਼ਰੂਰਤ ਬਣਾ ਕੇ 850 ਰੁਪਏ ਦਾ ਇੰਨਾ ਮਹਿੰਗਾ ਕਰ ਦਿੱਤਾ ਗਿਆ। ਸੋ ਉਦੋਂ ਉਹ ਜਿਹੜੀ ਗੈਸ ਬਣਾਈ ਜਾਂਦੀ ਸੀ, ਘਰਾਂ ਦੇ ਵਿੱਚ ਚੁੱਲ੍ਹੇ ਜਲਦੇ ਸੀ, ਕੋਈ ਉਹਦੀ ਸਮੈਲ ਨਹੀਂ ਸੀ ਹੁੰਦੀ, ਕੋਈ ਉਹਦਾ ਖਰਚਾ ਨਹੀਂ ਹੁੰਦਾ ਸੀ। ਲੋਕ ਜੋ ਰਹਿੰਦ ਖੂੰਹਦ ਘਰ ਦੀ ਜੋ ਬਚਦੀ ਗੋਬਰ ਬਚਦਾ ਉਹਦੇ ਵਿੱਚ ਪਾ ਦਿੰਦੇ, ਉੱਥੋਂ ਇਹ ਉਤਪਾਦ ਹੁੰਦਾ ਸੀ। ਸੋ ਇਹਦਾ ਉਤਪਾਦ ਰਹਿੰਦ ਖੂੰਹਦ ਤੋਂ, ਗੋਬਰ ਤੋਂ, ਇਹਨਾਂ ਚੀਜ਼ਾਂ ਤੋਂ ਹੁੰਦਾ। ਇਹ ਬਿਲਕੁਲ ਸੇਫ ਗੈਸ ਹੈ ਔਰ ਇਹਦਾ ਕੰਬਸਸ਼ਨ ਪੁਆਇੰਟ, ਬਰਨਿੰਗ ਪੁਆਇੰਟ, ਜਿਵੇਂ ਮਤਲਬ ਅਗਰ ਮੈਂ ਪੰਜਾਬੀ 'ਚ ਕਹਾਂ ਵੀ ਇਹਦੀ ਜਲਨਸ਼ੀਲਤਾ ਜਿਹੜੀ ਹੈਗੀ ਆ ਉਹ ਇੰਨੀ ਫਾਸਟ ਨਹੀਂ ਜਿੰਨੀ ਕਿ ਪੈਟਰੋਲ ਜਾਂ ਡੀਜ਼ਲ ਦੀ ਹੈ। ਮਤਲਬ ਜੇ ਤੁਸੀਂ ਅੱਗ ਨੂੰ ਪੈਟਰੋਲ ਦੇ ਨੇੜੇ ਲਿਆਓਗੇ ਤਾਂ ਮੈਨੂੰ ਲੱਗਦਾ ਸ਼ਾਇਦ ਇੰਨੇ ਕੁ ਡਿਸਟੈਂਸ ਤੋਂ ਵੀ ਮਤਲਬ ਉਹ ਅੱਗ ਫੜ ਸਕਦਾ, ਪੈਟਰੋਲ ਫੜ ਸਕਦਾ, ਲੇਕਿਨ ਇਹਨੂੰ ਤੁਸੀਂ ਬਿਲਕੁਲ ਜਦੋਂ ਨੇੜੇ ਲਿਆਓਗੇ ਅੱਗ ਨੂੰ, ਇਹ ਤਾਂ ਹੀ ਅੱਗ ਫੜ ਸਕਦਾ। ਸੋ ਇਹਦਾ ਜਿਹੜਾ ਕੰਬਸਸ਼ਨ ਪੁਆਇੰਟ ਆ ਬਹੁਤ ਹਾਈ ਹੈ, ਇਹਨੂੰ ਜਲਦੀ ਅੱਗ ਨਹੀਂ ਲੱਗਦੀ, ਤਾਂ ਕਰਕੇ ਇਹ ਸੇਫ ਫਿਊਲ ਹੈ। ਤੇ ਫਿਰ ਬਾਕੀ ਜੇ ਸੇਫਟੀ ਦੀ ਗੱਲ ਕਰੀਏ, ਪੈਟਰੋਲ ਤੋਂ ਮਤਲਬ ਵੱਧ ਕੀ ਉਹ ਹੋ ਸਕਦਾ, ਪੈਟਰੋਲ ਬਹੁਤ ਜਲਦੀ ਅੱਗ ਫੜਦਾ। ਸੋ ਬੜਾ ਸੇਫ, ਇਸ ਗੱਲੋਂ ਵੀ ਸੇਫ ਹੈ, ਸਸਤਾ ਹੈ। ਹੁਣ ਸਮੱਸਿਆ ਸਿਰਫ ਇੱਕ ਹੀ ਹੈ ਕਿ ਪੰਪ ਥੋੜ੍ਹੇ ਜਿਹੇ ਘੱਟ ਨੇ। ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜਾ ਇੰਨਾ ਕੁਦਰਤੀ ਫਿਊਲ ਹੈ, ਜੋ ਮਤਲਬ ਆਪਾਂ ਗੱਲ ਕਰੀਏ ਵੀ ਜਿਹੜਾ ਇਹਦੇ 'ਚੋਂ ਧੂੰਆਂ ਨਿਕਲਣਾ ਉਹ ਵੀ ਬਹੁਤ ਨਾ ਮਾਤਰ ਦੇ ਬਰਾਬਰ ਹੈ, ਵਾਤਾਵਰਨ ਨੂੰ ਜਦੋਂ ਖਰਾਬ ਨਹੀਂ ਕਰਦਾ, ਤਾਂ ਸਰਕਾਰ ਨੂੰ ਵੱਧ ਤੋਂ ਵੱਧ ਪੰਪ ਲਾਉਣੇ ਚਾਹੀਦੇ ਆ CNG ਦੇ, ਤਾਂ ਕਿ ਲੋਕਾਂ ਨੂੰ ਇਹਦਾ ਵੱਧ ਤੋਂ ਵੱਧ ਲਾਭ ਮਿਲੇ। ਅਸੀਂ ਇੱਕ ਸਾਨੂੰ ਇਹਦੇ ਬਾਰੇ ਜਾਣਕਾਰੀ ਦਿਓ ਕਿ ਜਿਹੜੀਆਂ ਕਿੱਟ ਲਗਵਾ ਲੈਂਦੇ ਆ, ਇਸ ਤੋਂ ਬਾਅਦ ਐਵਰੇਜ ਦਾ ਕਿੰਨਾ ਕੁ ਫਰਕ ਹੁੰਦਾ ਮਾਈਲੇਜ 'ਤੇ, ਕਿਉਂਕਿ ਲੋਕ ਮਾਈਲੇਜ ਨੂੰ ਦੇਖ ਕੇ ਲਵਾਉਂਦੇ ਆ ਕਿ ਇੱਕ ਤਾਂ ਸਾਨੂੰ ਰੇਟ ਦਾ ਸਸਤੀ ਪੈਂਦੀ ਹੈ, ਦੂਜੇ ਪਾਸੇ ਮਾਈਲੇਜ ਦਾ ਕਿੰਨਾ ਕੁ ਫਰਕ ਪੈਂਦਾ। ਦੇਖੋ ਜੀ, ਅਗਰ ਅਸੀਂ ਪੈਟਰੋਲ ਦੀ ਗੱਲ ਕਰੀਏ, ਅੱਜ 100 ਰੁਪਏ ਲੀਟਰ ਪੈਟਰੋਲ ਹੋ ਗਿਆ ਹੈ ਤੇ ਲੀਟਰ ਤੋਂ ਬਾਅਦ 17-18 ਕਿਲੋਮੀਟਰ ਗੱਡੀ ਚੱਲਦੀ, ਯਾਨੀ ਕਿ 5 ਤੋਂ ਲੈ ਕੇ 6 ਰੁਪਏ ਕਿਲੋਮੀਟਰ ਸਾਨੂੰ ਪੈਂਦਾ ਹੈ। ਤੇ ਜਿੱਥੇ CNG ਦੀ ਗੱਲ ਕਰੀਏ, ਨਾਰਮਲੀ 8 ਕਿਲੋ ਗੈਸ ਵਾਲੇ ਸਿਲੰਡਰ ਹੁੰਦੇ ਆ ਤੇ 55 ਰੁਪਏ ਜਿਹੜਾ ਹੈਗਾ ਲੀਟਰ ਦਾ ਰੇਟ ਹੈ, ਜੋ ਕਿ ਅਸੀਂ ਤਾਂ ਫਿਰ ਵੀ ਸਮਝਦੇ ਹਾਂ ਹਜੇ ਜ਼ਿਆਦਾ। ਪਤਾ ਨਹੀਂ ਕਿਉਂ ਸਰਕਾਰ ਉਹਦੇ 'ਤੇ ਇੰਨਾ ਟੈਕਸ ਹੈ, ਕਿਉਂਕਿ ਇਹ ਬੜੀ ਸਸਤੀ ਇਹਦਾ ਉਤਪਾਦ ਹੈ, ਸਿਰਫ 5-7 ਰੁਪਏ ਕਿਲੋ ਦੇ ਇਹ ਉਤਪਾਦ 'ਚ ਪੈਦਾ ਹੁੰਦੀ, ਲੇਕਿਨ ਇੰਨੇ ਟੈਕਸਸ ਕਰਕੇ ਵੀ ਇਹ 55 ਰੁਪਏ ਬਣੀ ਹੋਈ ਹੈ। ਲੇਕਿਨ ਉਸ ਤੋਂ ਬਾਅਦ ਵੀ 55 ਰੁਪਏ ਮਤਲਬ ਕਿਲੋ ਜਿਹੜੀ ਗੈਸ ਆ, ਉਸ ਤੋਂ ਬਾਅਦ 30 ਕਿਲੋਮੀਟਰ ਤੱਕ ਗੱਡੀ ਜਿਹੜੀ ਹੈਗੀ ਚੱਲਦੀ। ਸੋ 2 ਰੁਪਏ ਤੋਂ ਘੱਟ ਅਸੀਂ ਕਹੀਏ ਵੀ ਕਿਲੋਮੀਟਰ ਇਹ ਪੈਂਦਾ। ਸੋ ਕਾਫੀ ਸਸਤਾ ਫਿਊਲ ਹੈ ਜੀ ਇਹ। ਔਰ ਇਹ ਭਾਰਤ ਵਿੱਚ ਤਾਂ ਹੁਣ ਦਿੱਲੀ ਦੇ ਵਿੱਚ ਬੜਾ ਪ੍ਰਚਲਿਤ ਸੀ, ਹੁਣ ਆਲੇ ਦੁਆਲੇ ਪ੍ਰਚਲਿਤ ਹੋ ਰਿਹਾ। ਫੋਰਨ ਦੇ ਵਿੱਚ ਤਾਂ ਸਾਰੀਆਂ ਗੱਡੀਆਂ ਹੀ ਮੰਨ ਕੇ ਚਲੋ, ਜ਼ਿਆਦਾ ਜਿਹੜਾ ਮਤਲਬ ਹੈਗਾ ਗੱਡੀਆਂ ਦਾ ਉਹ CNG ਤੇ ਇਲੈਕਟ੍ਰਿਕ ਮਤਲਬ ਗੱਡੀਆਂ। ਸੋ ਇੱਥੇ ਵੀ ਅਗਰ ਆਉਣ ਤਾਂ ਲੋਕਾਂ ਨੂੰ ਬੜੀ ਰਾਹਤ ਮਿਲੇਗੀ। ਇਹ ਪ੍ਰਚਲਿਤ ਹੈ ਕਿ ਜਿਹੜੀ CNG ਹੈ, ਇਹਦੇ ਨਾਲ ਜਿਹੜਾ ਗੱਡੀ ਦਾ ਇੰਜਨ ਹੈ, ਜਦੋਂ ਆਪਾਂ ਗੱਡੀ ਨੂੰ CNG ਤੇ ਕਰਵਾ ਲੈਂਦੇ ਤਾਂ ਉਹਦੇ ਤੇ ਵੀ ਇਫੈਕਟ ਪੈਂਦਾ, ਮਾੜਾ ਪ੍ਰਭਾਵ ਪੈਂਦਾ ਇੰਜਨ ਤੇ। ਦੇਖੋ ਜੀ, ਪਹਿਲਾਂ ਜਿਹੜੀ LPG ਆਈ ਸੀ, ਲਿਕੁਇਡ ਪੈਟਰੋਲੀਅਮ ਗੈਸ, ਉਹ ਇੱਕ ਲਿਕੁਇਡ ਟਾਈਪ ਗੈਸ ਸੀਗੀ, ਜਿਹਦੇ ਕਰਕੇ ਇੰਜਣ ਦੇ ਵਿੱਚ ਕਿਤੇ ਨਾ ਕਿਤੇ ਜਰ ਲੱਗਦੀ ਸੀ, ਜਾਂ ਉਹਦਾ ਜਿਹੜਾ ਅੰਦਰੂਨੀ ਸਿਸਟਮ ਸੀ ਉਹ ਹੌਲੀ ਹੌਲੀ ਘਸ ਜਾਂਦਾ ਸੀ, ਖਰਾਬ ਹੋ ਜਾਂਦਾ ਸੀ। ਕੰਪਰੈਸਡ ਨੈਚੁਰਲ ਗੈਸ ਹੈ, ਇਹਦੇ ਵਿੱਚ ਲਿਕੁਇਡ ਵਾਲੀ ਕੋਈ ਚੀਜ਼ ਨਹੀਂ ਹੈ। ਇਹ ਇੱਕ ਬਿਲਕੁਲ ਨੈਚੁਰਲ ਗੈਸ ਹੈ, ਜਿਹਨੇ ਪਿਸਟਨ ਦੇ ਉੱਤੇ ਪ੍ਰੈਸ਼ਰ ਪਾ ਕੇ ਤੇ ਬਰਨਿੰਗ ਕਰਾਣੀ ਹੈ ਤੇ ਪਿਸਟਨ ਦੇ ਉੱਤੇ ਪ੍ਰੈਸ਼ਰ ਪਾਉਣਾ ਹੈ। ਸੋ ਕਿਸੇ ਤਰ੍ਹਾਂ ਇੰਜਣ ਦੇ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ, ਨਾ ਹੀ ਇੰਜਣ ਇਹਦਾ ਡਾਊਨ ਹੁੰਦਾ ਹੈ। ਸੋ ਇਸ ਤਰ੍ਹਾਂ ਦੀ ਇਹ ਇੱਕ ਅਫਵਾਹ ਹੈਗੀ ਹੈ ਤੇ ਇਸ ਤਰ੍ਹਾਂ ਦਾ ਕੋਈ ਦਿੱਕਤ ਨਹੀਂ ਹੈ। ਫਰਕ ਸਿਰਫ ਇਹ ਹੈ ਕਿ ਜਦੋਂ ਪੈਟਰੋਲ ਤੇ ਮਤਲਬ ਗੱਡੀ ਚੱਲਦੀ ਹੈ ਤਾਂ ਪੈਟਰੋਲ ਤੇ, ਕਿਉਂਕਿ ਪੈਟਰੋਲ ਦਾ ਜਿਹੜਾ ਕੰਬਸਸ਼ਨ ਉਹ ਬਹੁਤ ਜ਼ਿਆਦਾ ਹੈਗਾ, ਜਿਹਦੇ ਕਰਕੇ ਉਹਨੂੰ ਇੱਕ ਇੰਜਨ ਨੂੰ ਜ਼ਿਆਦਾ ਪਾਵਰ ਦਿੰਦਾ ਤੇ ਉਹ ਆਪਾਂ ਨੂੰ ਇਹ ਲੱਗਦਾ ਵੀ ਉਹ ਸਪੀਡ ਜ਼ਿਆਦਾ ਫੜਦੀ ਹੈ ਜਾਂ ਜ਼ਿਆਦਾ ਤੇਜ਼ ਚੱਲਦੀ ਹੈ, ਜਾਂ ਇੰਜਨ ਤੇ ਕੋਈ ਜ਼ੋਰ ਨਹੀਂ ਪੈਂਦਾ। ਤੇ ਕੰਪਰੈਸਡ ਨੈਚੁਰਲ ਗੈਸ, ਕਿਉਂਕਿ ਇਹ ਮਿਥੇਨ ਗੈਸ ਹੈ, ਇਹਦਾ ਇੰਜਨ, ਇਹਦਾ ਬਰਨਿੰਗ ਪੁਆਇੰਟ ਜਿਹੜਾ ਹੈਗਾ ਉਹ ਬਹੁਤ ਹਾਈ ਹੈ, ਤਾਂ ਮਤਲਬ ਉਹਦੇ ਨਾਲ ਕੀ ਹੈ ਵੀ ਇੰਜਨ ਨੂੰ ਇਹ ਬਹੁਤ ਜ਼ਿਆਦਾ ਐਨਰਜੀ ਨਹੀਂ ਦਿੰਦਾ, ਜਿਹਦੇ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਹਲਕਾ ਜਿਹਾ ਆਪਾਂ ਕਹਿ ਸਕਦੇ ਵੀ ਇਹ ਦੱਬਦੀ ਹੈ। ਦੱਬਦਾ ਨਹੀਂ ਸ਼ਬਦ ਵਰਤ ਸਕਦੇ, ਵੀ ਹਲਕੀ ਜੀ ਉਹਦੇ ਨਾਲੋਂ ਘੱਟ ਭੱਜਦੀ ਹੈ, ਐਂ ਕਹਿ ਲਓ। ਤਾਂ ਉਹ ਮਤਲਬ ਫਰਕ ਨਹੀਂ ਹੈ ਵੀ ਕੋਈ ਆਪਾਂ ਕਹਿ ਦਈਏ ਇੰਜਨ ਦਾ ਕੋਈ ਨੁਕਸਾਨ ਹੈ, ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ। ਇੰਜਨ ਉਵੇਂ ਹੀ ਚੱਲਣਾ ਜਿਸ ਤਰ੍ਹਾਂ ਪੈਟਰੋਲ ਗੱਡੀ ਦਾ ਇੰਜਨ। ਤੁਸੀਂ ਇਹ ਦੇਖੋ ਨਾ, ਜਿਹੜੀ ਮਰੂਤੀ ਕੰਪਨੀ ਹੈਗੀ ਆ, ਇਹਨਾਂ ਨੇ ਅਲਟੋ ਤੋਂ ਲੈ ਕੇ ਅਲਟੋ, ਸਲੈਰੀਓ, ਵੈਗਾਨਾਰ, ਸਵਿਫਟ, ਆਰਟੀਗਾ, ਵੱਡੀ ਗੱਡੀ, ਮਤਲਬ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਗੱਡੀ, ਇਹਨਾਂ ਨੇ ਸਾਰੀਆਂ ਗੱਡੀਆਂ ਦੇ ਜਿਹੜੇ ਵਰਸ਼ਨ ਆ ਉਹ CNG ਵਰਸ਼ਨ ਆਉਣ ਲੱਗੇ। ਡੀਜ਼ਲ ਗੱਡੀਆਂ ਇਹਨਾਂ ਨੇ ਬੰਦ ਕਰਤੀਆਂ। ਹੁਣ ਐਡੀ ਜਿਹੜੀ ਵੱਡੀ ਕੰਪਨੀ ਹੈ ਹਿੰਦੁਸਤਾਨ ਦੀ, ਜੋ ਆਪਣੀਆਂ ਸਾਰੀਆਂ ਗੱਡੀਆਂ 'ਚ CNG ਲੈ ਕੇ ਆ ਰਹੀ ਹੈ, ਤੇ ਇਹਦਾ ਮਤਲਬ CNG ਚੰਗੀ ਤਾਂ ਹੀ ਲੈ ਕੇ ਆ ਰਹੀ ਹੈ, ਲੋਕਾਂ 'ਚ ਉਤਸ਼ਾਹ ਹੈ, ਲੋਕ ਮਤਲਬ ਬਹੁਤ ਪਸੰਦ ਕਰ ਰਹੇ ਆ, ਤਾਂ ਹੀ ਲੈ ਕੇ ਆ ਰਹੀ ਹੈ। ਔਰ ਡੀਜ਼ਲ ਗੱਡੀਆਂ ਵੀ ਪਹਿਲਾਂ ਬਹੁਤ ਲੋਕ ਲੈਂਦੇ ਸੀ, ਉਹਨਾਂ ਨੇ ਬੰਦ ਕਰ ਦਿੱਤੀਆਂ ਡੀਜ਼ਲ ਗੱਡੀਆਂ। CNG ਜਿਸ ਤਰ੍ਹਾਂ ਹੀ ਆਈ ਹੈ। ਇਹਦੇ ਜਿਹੜਾ ਸਿਲੰਡਰ ਰੱਖਦੇ ਆ, ਇਹਦੀ ਵੀ ਕੋਈ ਡੇਟ ਵਗੈਰਾ ਹੁੰਦੀ ਹੈ ਵੀ ਇਹਦੇ ਕੋਈ ਫਟਣ ਤੇ ਜੇ ਕੋਈ ਸਾਵਧਾਨੀਆਂ ਰੱਖਣੀਆਂ ਹੁੰਦੀਆਂ ਜਦੋਂ ਤੁਸੀਂ ਆਪਾਂ ਸਿਲੰਡਰ ਗੱਡੀ 'ਚ ਰਖਵਾ ਲੈਂਦੇ ਹਾਂ? ਬਿਲਕੁਲ ਜੀ, ਜਿਹੜਾ ਇਹਦਾ ਸਿਲੰਡਰ ਹੈਗਾ
ਹਾਲਾਂਕਿ ਇਹਨੂੰ ਕੋਈ ਸਮੱਸਿਆ ਨਹੀਂ ਆਉਂਦੀ, ਲੇਕਿਨ ਫਿਰ ਵੀ ਜੋ ਕਾਨੂੰਨ ਦੇ ਮੁਤਾਬਕ ਇਹਦੀ ਐਕਸਪਾਇਰੀ ਡੇਟ ਰੱਖੀ ਜਾਂਦੀ ਹੈ। ਹਰ ਇੱਕ ਸਿਲੰਡਰ ਦੇ ਬਿਲਕੁਲ ਮੁੱਢ ਦੇ ਉੱਪਰ ਇਹਦੀ ਡੇਟ ਆਫ ਮੈਨੂਫੈਕਚਰ ਤੇ ਡੇਟ ਆਫ ਐਕਸਪਾਇਰੀ ਦਿੱਤੀ ਜਾਂਦੀ ਹੈ। ਕੋਈ ਵੀ ਗ੍ਰਾਹਕ ਹੈ ਉਹ ਆਪਦਾ ਮਤਲਬ ਚੰਗੀ ਤਰ੍ਹਾਂ ਇਹਦੀ ਡੇਟ ਚੈੱਕ ਕਰੇ ਤੇ ਡੇਟ ਚੈੱਕ ਕਰਕੇ ਹੀ ਉਹਦਾ ਮਤਲਬ ਇਸਤੇਮਾਲ ਕਰੇ। ਇਹ ਜਿਹੜੀ ਕਿੱਟ ਲਗਵਾਉਣੀ ਹੈ ਇਹ 'ਚ ਵੀ ਕੋਈ ਕਿਸਮ ਆਉਂਦੀ ਹੈ ਵੀ ਆਹ ਕਿਸਮ ਦੀ ਕਿੱਟ ਵਧੀਆ, ਇਸ ਤਰੀਕੇ ਦੀ ਕਿੱਟ ਆਹ ਗੱਡੀ 'ਚ ਲੱਗਦੀ ਆ? ਵੱਖ-ਵੱਖ ਗੱਡੀਆਂ ਦੀ ਕਿਸਮ, ਜਿਹੜੀ ਕਿੱਟਾਂ ਦੀ ਕਿਸਮਾਂ ਵੱਖਰੀ ਹੈ ਕਿ ਇੱਕੋ ਹੀ ਲੱਗ ਜਾਂਦੀ? ਦੋ ਤਰ੍ਹਾਂ ਦੀਆਂ ਕਿੱਟਾਂ ਹੁੰਦੀਆਂ ਜੀ ਇਹ। ਜਿਹੜੀ ਨਾਰਮਲ ਕਿੱਟ ਹੈ ਜਿਹੜੀ ਉਹ 2008 ਮਾਡਲ ਤੋਂ ਥੱਲੇ ਲੱਗ ਜਾਂਦੀ ਹੈ। ਠੀਕ ਹੈ ਜੀ। ਉੱਪਰ ਜਿਹੜੀ ਮਤਲਬ ਸਿਕੁਐਂਸ਼ਲ ਕਿੱਟ ਹੁੰਦੀ ਕੰਪਿਊਟਰਾਈਜ਼ਡ ਉਹ 8 ਮਾਡਲ ਤੋਂ ਉੱਪਰ ਲੱਗਦੀ ਹੈ। ਠੀਕ ਹੈ ਜੀ। ਹਾਂਜੀ। ਕੰਪਿਊਟਰਾਈਜ਼ ਦਾ ਤੇ ਦੂਜੀ ਦਾ ਕੀ ਫਰਕ ਹੈ? ਕੰਪਿਊਟਰਾਈਜ਼ਡ ਜਿਹੜੀ ਕਿੱਟ ਆ ਥੋੜੀ ਮਾਈਲੇਜ ਜ਼ਿਆਦਾ ਦਿੰਦੀ ਹੈ, ਪਰਫਾਰਮੈਂਸ ਅੱਛੀ ਉਹਦੀ ਚੱਲਣ 'ਚ। ਦੂਜੀ ਦੀ ਜਿਹੜੀ ਸੈਟਿੰਗ ਹੱਥ ਨਾਲ ਹੁੰਦੀ ਹੈ, ਜਿਹੜੀ ਇਹ ਕੰਪਿਊਟਰਾਈਜ਼ਡ ਕਿੱਟ ਹੈ ਲੈਪਟਾਪ ਨਾਲ ਸੈਟਿੰਗ ਹੁੰਦੀ ਹੈ। ਜਿੱਥੇ ਸੇਵ ਹੋ ਗਿਆ ਡਾਟਾ ਉੱਥੇ ਹੀ ਰਹੂਗਾ ਉਵੇਂ, ਨਾ ਉਹ ਘੱਟ ਮਤਲਬ ਮਾਈਲੇਜ ਘੱਟ ਗੈਸ ਦੇਊਗੀ ਨਾ ਵੱਧ ਦੇਊਗੀ। ਹਾਂਜੀ। ਜਿਹੜੀਆਂ ਨਵੀਆਂ ਜਿਹੜੀਆਂ ਗੱਡੀਆਂ ਆਉਂਦੀਆਂ ਉਹਨਾਂ ਤੇ ਉਹ ਕੰਪਿਊਟਰਾਈਜ਼ਡ ਲੱਗਦੀ ਹੈ। ਹਾਂਜੀ। ਤਾਂ ਸਾਨੂੰ ਵੀਰਾਂ ਨੇ ਦੱਸਿਆ ਕਿ ਜਿਹੜੀ CNG ਗੈਸ ਹੈ, CNG ਕਿੱਟ ਲਗਵਾਉਣੀ ਹੈ ਉਹ ਬਿਲਕੁਲ ਸੇਫ ਹੈ। ਜਿਹੜੀਆਂ ਅਸੀਂ ਉਹਨਾਂ ਤੋਂ ਨੁਕਸਾਨ ਵੀ ਪੁੱਛੇ ਸੀ ਤਾਂ ਨੁਕਸਾਨ ਇਹਦੇ ਕੋਈ ਨਹੀਂ। ਨੁਕਸਾਨ ਸਿਰਫ ਇਹੀ ਹੈ ਕਿ ਤੁਸੀਂ ਸਿਲੰਡਰ ਦੀ ਐਕਸਪਾਇਰੀ ਚੈੱਕ ਕਰਨੀ ਹੈ। ਸਿਲੰਡਰ ਤਾਂ ਵੀ ਨਹੀਂ ਫੜਦਾ ਪਰ ਚੈੱਕ ਕਰਨੀ ਜ਼ਰੂਰੀ ਹੈ। ਇਹੀ ਪੱਖ ਇੱਕ ਜਿਹੜਾ ਰੱਖਿਆ ਗਿਆ। ਦੂਜੇ ਨੰਬਰ ਤੇ ਫਾਇਦਿਆਂ ਦੇ ਵਿੱਚ ਸਾਰੀਆਂ ਹੀ ਗੱਲਾਂ ਹੈ ਕਿ ਇਹ ਇੱਕ ਨੈਚੁਰਲ ਗੈਸ ਹੈ, ਮੀਥੇਨ ਗੈਸ ਹੈ, ਜਿਸ ਦਾ ਕਿ ਮਨੁੱਖ ਨੂੰ ਕੋਈ ਨੁਕਸਾਨ ਨਹੀਂ ਹੈ। ਇਹ ਸਾਡੀ ਰਹਿੰਦ ਖੂੰਹਦ ਤੋਂ ਹੀ ਬਣੀ ਹੋਈ ਹੈ। ਇਹਦੇ ਨਾਲ ਇੱਕ ਵੱਡਾ ਫਾਇਦਾ ਇਹ ਹੈ ਕਿ ਜਿਵੇਂ ਸਾਡੇ ਖਣਿਜ ਪਦਾਰਥ ਪੈਟਰੋਲ, ਡੀਜ਼ਲ, ਕੋਲਾ ਆਦਿ ਖਤਮ ਹੋ ਰਹੇ ਹੈ ਤਾਂ ਇਹਦੇ 'ਚ ਇੱਕ ਇਹ ਵੀ ਫਾਇਦਾ ਕਿ ਇਹ ਸਾਨੂੰ ਕੁਦਰਤ 'ਚੋਂ ਹੀ ਮਿਲਦੀ ਹੈ ਜਿਸ ਨੂੰ ਅਸੀਂ ਵਰਤਣਾ ਹੈ। ਤੇ ਨਾਲ ਹੀ ਉਹਨਾਂ ਇਹ ਦੱਸਿਆ ਕਿ ਇਹਦੇ ਜਿਹੜੀ ਇਹਨੂੰ ਅੱਗ ਲੱਗਣ ਦੀ ਸ਼ੱਕ ਜਿੰਨਾ ਟਾਈਮ ਹੈ ਉਹ ਦੂਜਿਆਂ ਨਾਲੋਂ ਕਾਫੀ ਵੱਡੀ ਉੱਤੇ ਜਾ ਕੇ ਇਹਨੂੰ ਅੱਗ ਲੱਗਦੀ ਹੈ। ਜਲਦੀ ਇਹਨੂੰ ਅੱਗ ਵੀ ਨਹੀਂ ਲੱਗਦੀ। ਜਿਵੇਂ ਪੈਟਰੋਲ ਨੂੰ ਅੱਗ ਲੱਗਦੀ ਹੈ ਉਹ ਜਲਦੀ ਲੱਗ ਜਾਂਦੀ ਹੈ, LPG ਨੂੰ ਅੱਗ ਜਲਦੀ ਲੱਗ ਜਾਂਦੀ ਹੈ, ਪਰ CNG ਨੂੰ ਗੈਸ ਨੂੰ ਅੱਗ ਲੱਗਣ ਤੇ ਟੈਂਪਰੇਚਰ ਬਹੁਤ ਵੱਡੇ ਪੱਧਰ ਤੇ ਚਾਹੀਦਾ। ਤਾਂ ਇੱਥੇ ਵੀ ਇਹ ਸੇਫ ਹੈ। ਫਿਰ ਅਸੀਂ ਇਹਨਾਂ ਤੋਂ ਇਹ ਵੀ ਜਾਣਕਾਰੀ ਲਈ ਕਿ ਕਿਸ ਤਰੀਕੇ ਦੇ ਨਾਲ ਗੱਡੀਆਂ ਦੇ ਵਿੱਚ ਇਹਨਾਂ ਦੀ ਕਿਸਮਾਂ ਕੀ ਹੈ, ਤਾਂ ਉਹ ਵੀ ਦੱਸਿਆ ਕਿ ਦੋ ਤਰ੍ਹਾਂ ਦੀਆਂ ਕਿਸਮਾਂ ਹੈ, ਇੱਕ ਸਿਕੁਐਂਸ਼ੀਅਲ ਤੇ ਇੱਕ ਨਾਨ ਸਿਕੁਐਂਸ਼ੀਅਲ। ਸਿਕੁਐਂਸ਼ੀਅਲ ਜੋ ਕੰਪਿਊਟਰਾਈਜ਼ ਲੱਗਦੀ ਹੈ, ਜੋ 2008 ਤੋਂ ਉੱਪਰ ਮਾਡਲ ਦੇ ਲੱਗਦੀ ਹੈ। ਤਾਂ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦਾ ਮਕਸਦ ਇਹੀ ਸੀ ਕਿ ਜਿਵੇਂ ਅਸੀਂ ਦੇਖਦੇ ਹਾਂ ਕਿ ਹਰ ਰੋਜ਼ CNG ਕਿੱਟ ਲਗਾਉਣ ਦਾ ਰੁਝਾਨ ਵੱਧ ਰਿਹਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਦੇਖਦੇ ਹੋਏ, ਤਾਂ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚੇ ਕਿ ਇਹਨੂੰ ਲਗਵਾਉਣ ਦੇ ਫਾਇਦੇ ਕੀ ਹੈ, ਨੁਕਸਾਨ ਕੀ ਹੈ, ਕਿੰਨੇ ਤਰ੍ਹਾਂ ਦੀਆਂ ਕਿੱਟ ਹੁੰਦੀਆਂ, ਕਿਵੇਂ ਇਹ ਕੰਮ ਕਰਦੇ। ਤਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ। ਹੋਰ ਵੀਡੀਓਜ਼ ਦੇ ਲਈ ਸਾਡੇ ਨਾਲ ਜੁੜੇ ਰਹੋ। ਲੋਕਵਾਈ TV ਤੋਂ ਕੈਮਰਾ ਪਰਸਨ ਹਿਮਤਾਜ ਢਿੱਲੋਂ ਦੇ ਨਾਲ ਮਨਿੰਦਰਜੀਤ ਸਿੱਧੂ, ਗਿੱਦੜਬਾਹਾ।